ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਰਵਨਜੋਤ ਕੌਰ ਸਿੱਧੂ ਰਾਵੀ ਦੁਆਰਾ ਲਿਖੀ ਗਈ ਕਹਾਣੀ ਅਧੂਰੇ ਸੁਪਨਿਆਂ ਦੀ ਦਸਤਾਨ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਨਵਜੋਤ ਦਾ ਜਨਮ ਆਪਣੀ ਦੋ ਵੱਡੀ ਭੈਣ ਤੇ ਭਰਾ ਦੇ ਜਨਮ ਤੋਂ 10 ਸਾਲ ਬਾਅਦ ਹੋਇਆ ਸੀ। ਬਚਪਨ ਤੋਂ ਹੀ ਨਵਜੋਤ ਬਹੁਤ ਸੋਹਣੀ ਸੀ ਤੇ ਆਪਣੇ ਮਾਤਾ ਪਿਤਾ ਤੇ ਭੈਣ ਭਰਾਵਾਂ ਦੀ ਬਹੁਤ ਪਿਆਰੀ ਸੀ। ਨਵਜੋਤ ਦੇ ਪਿਤਾ ਸ਼ੁਰੂ ਤੋਂ ਹੀ ਖੇਤੀ ਦੇ ਕਿੱਤੇ ਨਾਲ ਜੁੜੇ ਹੋਏ ਸਨ। ਭਾਵੇਂ ਬਹੁਤੀ ਜ਼ਮੀਨ ਨਹੀਂ ਸੀ, ਪਰ ਫਿਰ ਵੀ ਉਸ ਉੱਪਰ ਵਾਲੇ ਦੀ ਰਜ਼ਾ ਵਿੱਚ ਖੁਸ਼ ਸਨ। ਸੁੱਖ ਨਾਲ ਜ਼ਿੰਦਗੀ ਦਾ ਗੁਜ਼ਾਰ ਬਸਰ ਸੋਹਣਾ ਹੋ ਰਿਹਾ ਸੀ। ਕਦੇ ਪਰਮਾਤਮਾ ਨੇ ਉਹਨਾਂ ਨੂੰ ਕਿਸੇ ਅੱਗੇ ਹੱਥ ਅੱਡਣ ਦਾ ਸਮਾਂ ਨਹੀਂ ਦਿਖਾਇਆ ਸੀ। ਨਵਜੋਤ ਦਾ ਵੱਡਾ ਭਰਾ ਸੁਖਦੇਵ ਤੇ ਉਸ ਤੋਂ ਛੋਟੀ ਭੈਣ ਮਲਕੀਤ ਸੀ ਅਤੇ ਸੁਖਦੇਵ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ਵਿੱਚ ਪੜ੍ਹਨ ਲਈ ਲੱਗ ਗਿਆ ਸੀ। ਸੁਖਦੇਵ ਸਕੂਲ ਦੇ ਸਮੇਂ ਦੌਰਾਨ ਪੜ੍ਹਾਈ ਵਿੱਚ ਵਧੀਆ ਸੀ, ਪਰ ਕਾਲਜ ਦੇ ਪਹਿਲੇ ਸਾਲ ਵਿੱਚ ਹੀ ਉਸ ਦੀ ਸੰਗਤ ਮਾੜੀ ਹੋ ਗਈ ਸੀ। ਸਾਰਾ ਦਿਨ ਕਾਲਜ ਵਿੱਚ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ਤੇ ਪਾਰਟੀਆਂ 'ਤੇ ਫਜ਼ੂਲ ਖਰਚਾ ਕਰਦਾ ਰਹਿੰਦਾ ਸੀ। ਘਰੋਂ ਝੂਠ ਬੋਲ ਕੇ ਪੈਸੇ ਲੈ ਜਾਣੇ ਤੇ ਆਪਣੇ ਦੋਸਤਾਂ ਨਾਲ ਸਮਾਂ ਗੁਜ਼ਾਰਨਾ। ਕਾਲਜ ਦੇ ਦਿਨਾਂ ਵਿੱਚ ਸੁਖਦੇਵ ਨੂੰ ਆਪਣੇ ਪਿਓ ਦੀ ਹੱਡ-ਭੰਨਵੀਂ ਮਿਹਨਤ ਦਾ ਬਿਲਕੁਲ ਵੀ ਖਿਆਲ ਨਹੀਂ ਸੀ। ਇੱਧਰ ਮਲਕੀਤ 12ਵੀਂ ਕਲਾਸ ਵਿੱਚ ਸੀ ਤੇ ਵਧੀਆ ਪੜ੍ਹਾਈ ਕਰਦੀ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਘਰ ਆ ਕੇ ਘਰ ਦਾ ਕੰਮ ਵੀ ਕਰਦੀ। ਨਵਜੋਤ ਪ੍ਰਾਇਮਰੀ ਸਕੂਲ ਵਿੱਚ ਹੋਣ ਕਰਕੇ ਰੋਜ਼ ਉਸ ਦੇ ਪਿਤਾ ਉਸ ਨੂੰ ਲੈ ਕੇ ਆਉਂਦੇ ਤੇ ਛੱਡ ਕੇ ਆਉਂਦੇ। ਨਵਜੋਤ ਸਾਰਾ ਦਿਨ ਸਕੂਲ ਵਿੱਚ ਅਧਿਆਪਕਾਂ ਦਾ ਦਿਲ ਲਾਈ ਰੱਖਦੀ ਸੀ। ਸਾਰੇ ਹੀ ਅਧਿਆਪਕ ਨਵਜੋਤ ਨੂੰ ਬਹੁਤ ਪਿਆਰ ਕਰਦੇ। ਇੱਕ ਦਿਨ ਸੁਖਦੇਵ ਕਾਲਜੋਂ ਘਰ ਨਾ ਆਇਆ ਤਾਂ ਸਾਰੇ ਪਰਿਵਾਰ ਨੂੰ ਫਿਕਰ ਹੋਣ ਲੱਗ ਗਿਆ। ਫੋਨ ਵੀ ਉਸਦਾ ਬੰਦ ਆ ਰਿਹਾ ਸੀ। ਕੁਝ ਸਮੇਂ ਬਾਅਦ ਇੱਕ ਗੱਡੀ ਉਹਨਾਂ ਦੇ ਬੂਹੇ ਅੱਗੇ ਆਣ ਖੜੀ ਹੋ ਜਾਂਦੀ ਆ, ਜੋ ਕਿ ਪੁਲਿਸ ਵਾਲਿਆਂ ਦੀ ਹੁੰਦੀ ਆ। ਸੁਖਦੇਵ ਦੇ ਪਿਤਾ ਨੂੰ ਬਿਨਾਂ ਦੱਸੇ ਹੀ ਪੁਲਿਸ ਅੰਦਰ ਆ ਵੜਦੀ ਆ ਤੇ ਘਰ ਦੀ ਛਾਣਬੀਣ ਕਰਨ ਲੱਗਦੀ ਆ। ਸੁਖਦੇਵ ਦੇ ਪਿਤਾ ਦੇ ਵਾਰ-ਵਾਰ ਪੁੱਛਣ 'ਤੇ ਪੁਲਿਸ ਅਧਿਕਾਰੀ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਛਾਣਬੀਣ ਕਰਨ ਤੋਂ ਬਾਅਦ ਹੀ ਦੱਸਾਂਗੇ। ਇੰਨੇ ਨੂੰ ਇੱਕ ਪੁਲਿਸ ਸਿਪਾਹੀ ਸੁਖਦੇਵ ਦੇ ਕਮਰੇ 'ਚੋਂ ਚਿੱਟੇ ਰੰਗ ਦੀਆਂ 5-6 ਪੁੜੀਆਂ ਲੈ ਕੇ ਆ ਜਾਂਦਾ ਹੈ। ਥਾਣੇਦਾਰ ਸੁਖਦੇਵ ਦੇ ਪਿਤਾ ਨੂੰ ਦੱਸਦਾ ਹੈ ਕਿ ਘਰ 'ਚੋਂ ਧੰਦਾ ਕਰਦੇ ਤੁਸੀਂ ਤੇ ਹੁਣ ਅਨਭੂਲ ਬਣਦੇ ਹੋ। ਪਰ ਸੁਖਦੇਵ ਦੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪਰ ਕੁਝ ਨਾ ਸੁਣਨ 'ਤੇ ਥਾਣੇਦਾਰ ਨੇ ਉਹਨਾਂ ਨੂੰ ਥਾਣੇ ਵਿੱਚ ਆਉਣ ਲਈ ਕਿਹਾ। ਘਰ ਵਿੱਚ ਰੋਣ ਕਰਲਾਉਣਾ ਪੈ ਗਿਆ। ਮਲਕੀਤ ਤੇ ਨਵਜੋਤ ਦਾ ਰੋ ਬੁਰਾ ਹਾਲ ਸੀ। ਸਾਰੀ ਰਾਤ ਕਿਸੇ ਨੂੰ ਵੀ ਚੈਨ ਨਹੀਂ ਸੀ। ਦੂਸਰੇ ਦਿਨ ਸੁਖਦੇਵ ਦਾ ਪਿਤਾ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਥਾਣੇ ਵਿੱਚ ਚਲੇ ਜਾਂਦਾ ਹੈ। ਕੁਝ ਸਮਾਂ ਬੈਠਣ ਤੋਂ ਬਾਅਦ ਥਾਣੇਦਾਰ ਉਹਨਾਂ ਦੀ ਮੁਲਾਕਾਤ ਸੁਖਦੇਵ ਨਾਲ ਕਰਵਾਉਂਦਾ ਹੈ। ਜਦੋਂ ਸੁਖਦੇਵ ਦਾ ਪਿਤਾ ਉਸ ਨੂੰ ਮਿਲਦਾ ਹੈ ਤਾਂ ਸੁਖਦੇਵ ਨੀਵੀਂ ਪਾ ਕੁਝ ਨਹੀਂ ਬੋਲਦਾ ਤੇ ਪਿਤਾ ਦੇ ਅੱਖਾਂ 'ਚੋਂ ਪਾਣੀ ਨਹੀਂ ਸੀ ਰੁਕਦਾ। ਬਸ ਇੰਨਾ ਕਹਿੰਦਾ ਕਿ ਕਿਸ ਚੀਜ਼ ਦੀ ਕਮੀ ਸੀ ਜੋ ਤੂੰ ਮੇਰੀ ਇੱਜ਼ਤ ਮਿੱਟੀ ਵਿੱਚ ਰੋਲਣ ਲੱਗੇ ਨੇ ਇੱਕ ਵਾਰ ਵੀ ਨਹੀਂ ਸੋਚਿਆ। ਇੰਨੇ ਨੂੰ ਥਾਣੇਦਾਰ ਕਹਿੰਦਾ ਹੈ ਕਿ ਪਰਚਾ ਕੱਟ ਹੋਣਾ ਹੈ ਹੁਣ ਤਾਂ ਅਤੇ ਜੁਰਮਾਨਾ ਤੇ 10 ਸਾਲ ਦੀ ਕੈਦ। ਪਰ ਪਿੰਡ ਦੀ ਪੰਚਾਇਤ ਨੇ ਥਾਣੇਦਾਰ ਨੂੰ ਕਿਹਾ ਕਿ ਇਹ ਪਰਿਵਾਰ ਤਾਂ ਬਹੁਤ ਇੱਜ਼ਤ ਵਾਲਾ ਸੀ। ਬਸ ਇਹ ਮੁੰਡੇ ਦੀ ਗਲਤ ਸੰਗਤ ਨੇ ਇਸ ਨੂੰ ਗਲਤ ਰਾਹਾਂ 'ਤੇ ਪਾ ਦਿੱਤਾ। ਪਰ ਤੁਸੀਂ ਕਿਵੇਂ ਨਾ ਕਿਵੇਂ ਇੱਕ ਵਾਰ ਇਸ ਮਸਲੇ ਨੂੰ ਨਿਬੇੜ ਦਿਓ। ਥਾਣੇਦਾਰ ਕਹਿੰਦਾ ਠੀਕ ਆ, ਕੀ ਤੁਹਾਨੂੰ ਪਤਾ ਜਿਹੜਾ ਨਸ਼ਾ ਸੀ ਇਸ ਤੋਂ ਫੜਿਆ ਉਸ ਦੀ ਕੀਮਤ ਕਿੰਨੀ ਆ? ਪੂਰੀ 70 ਲੱਖ ਬਣਦੀ ਆ। ਇੰਨਾ ਸੁਣੋ ਉਹ ਸਭ ਹੈਰਾਨ ਰਹਿ ਜਾਂਦੇ ਹਨ ਤੇ ਸੁਖਦੇਵ ਦਾ ਪਿਤਾ ਇੱਕਦਮ ਬੇਹੋਸ਼ ਹੋ ਜਾਂਦਾ ਹੈ। ਸੁਖਦੇਵ ਨੂੰ ਨਸ਼ੇ ਜੁਰਮ ਵਿੱਚ ਪੁਲਿਸ ਹਵਾਲਾਤ ਵਿੱਚ ਰੱਖਦੀ ਆ, ਜਿੱਥੇ ਪਹੁੰਚਣ ਤੋਂ ਬਾਅਦ ਨਸ਼ੇ ਦੀ ਕੀਮਤ ਸੁਣ ਸੁਖਦੇਵ ਦਾ ਪਿਤਾ ਬੇਹੋਸ਼ ਹੋ ਜਾਂਦਾ ਹੈ। ਸੁਖਦੇਵ ਦੇ ਪਿਤਾ ਦੇ ਬੇਹੋਸ਼ ਹੋਣ 'ਤੇ ਸਾਰੀ ਪੰਚਾਇਤ ਉਸ ਨੂੰ ਇੱਕ ਪਾਸੇ ਬਾਹਰ ਪਏ ਬੈਂਚ 'ਤੇ ਪਾ ਦਿੰਦੇ ਹਨ ਤੇ ਥੋੜ੍ਹੀ ਦੇਰ ਬਾਅਦ ਹੋਸ਼ ਆਉਣ 'ਤੇ ਪਾਣੀ ਦਾ ਗਿਲਾਸ ਦਿੱਤਾ ਜਾਂਦਾ। ਇਹ ਸਭ ਦੇਖ ਸੁਖਦੇਵ ਨੂੰ ਕੋਈ ਅਸਰ ਨਹੀਂ ਸੀ ਹੋਇਆ, ਜਿਵੇਂ ਨਸ਼ੇ ਨੇ ਉਸ ਨੂੰ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਬਾਗੀ ਕਰ ਦਿੱਤਾ ਸੀ। ਕੁਝ ਸਮੇਂ ਬਾਅਦ ਸਰਪੰਚ ਸੁਖਦੇਵ ਦੇ ਪਿਤਾ ਨੂੰ ਲੈ ਪਿੰਡ ਆ ਜਾਂਦੇ ਹਨ ਤੇ ਘਰ ਆ ਕੇ ਗੱਲਾਂ ਬਾਤਾਂ 'ਚ ਸਰਪੰਚ ਉਸ ਨੂੰ ਸਾਰੀ ਗੱਲ ਦੱਸਦਾ ਹੈ ਕਿ ਪੁਲਿਸ ਦੇ ਕੋਰਟ ਕਚਹਿਰੀਆਂ ਦੇ ਧੱਕੇ ਖਾਣੇ ਬਹੁਤ ਮੁਸ਼ਕਿਲ ਨੇ, ਸੋ ਥਾਣੇਦਾਰ ਦੀ ਗੱਲ ਮੰਨਣ 'ਚ ਹੀ ਆਪਣੀ ਭਲਾਈ ਆ। ਸੁਖਦੇਵ ਦੀ ਮਾਂ ਸਰਪੰਚ ਨੂੰ ਪੁੱਛਦੀ ਆ ਕਿ ਕਿਸ ਤਰ੍ਹਾਂ ਇਸ ਦਾ ਨਿਬੇੜਾ ਹੋਵੇਗਾ ਤਾਂ ਸਰਪੰਚ ਨੇ ਦੱਸਿਆ
ਕਿ ਦੇਖੋ ਹੁਣ ਇਹ ਗੱਲ ਲੁਕੀ ਤੇ ਨਹੀਂ ਰਹਿ ਗਈ। ਥਾਣੇਦਾਰ ਦੇ ਦੱਸਣ ਮੁਤਾਬਿਕ ਕੀਮਤ ਨਸ਼ੇ ਦੀ 70 ਲੱਖ ਰੁਪਇਆ ਤੇ ਸਾਰੀ ਉਮਰ ਨਹੀਂ ਇਸ ਕੇਸ 'ਚੋਂ ਬਰੀ ਹੋਣਾ। ਹੁਣ ਅੰਦਰ ਖਾਤੇ ਲੈ ਕੇ ਦੇ ਕੇ ਨਿਮੇੜਾ ਹੋ ਜਾਊਗਾ, ਪਰ ਸਾਰੀ ਉਮਰ ਦੇ ਚੱਕਰਾਂ 'ਚ ਇਸ ਨੂੰ ਕਦੇ ਕਿਸੇ ਨਾ ਕਿਸੇ ਕੇਸ ਵਿੱਚ ਪੁਲਿਸ ਨੇ ਚੁੱਕ ਲਿਆ ਕਰਨਾ। ਇੰਨਾ ਸੁਣ ਸੁਖਦੇਵ ਦੀ ਮਾਂ ਰੋਣ ਲੱਗਦੀ ਆ ਤੇ ਪੁੱਛਦੀ ਆ ਕਿ ਕਿੰਨੇ ਪੈਸਿਆਂ ਵਿੱਚ ਮੇਰਾ ਪੁੱਤ ਇਸ ਮਸਲੇ 'ਚੋਂ ਛੁੱਟ ਹੋਵੇਗਾ। ਸਰਪੰਚ ਨੇ ਕਿਹਾ ਕਿ ਥਾਣੇਦਾਰ ਉਹਨਾਂ ਕੋਲੋਂ 15 ਲੱਖ ਦੀ ਮੰਗ ਕਰਦਾ ਹੈ। ਜੇਕਰ ਦੇ ਦਿਓਗੇ ਤਾਂ ਉਹ ਪਰਚਾ ਨਹੀਂ ਪਾਵੇਗਾ ਤੇ ਸਾਰਾ ਕੁਝ ਰਫਾ ਦਫਾ ਕਰ ਦੇਵੇਗਾ। ਹੁਣ ਸੁਖਦੇਵ ਦੇ ਪਿਤਾ ਨੂੰ ਤੇ ਪਹਿਲਾਂ ਹੀ ਪਤਾ ਸੀ ਕਿ ਇੰਨੀ ਵੱਡੀ ਰਕਮ ਪਿੱਛੇ ਉਸ ਨੂੰ ਆਪਣੀ ਜ਼ਮੀਨ ਦਾ ਸੌਦਾ ਕਰਨਾ ਪਵੇਗਾ। ਸੁਖਦੇਵ ਦੇ ਪਿਤਾ ਤੇ ਮਾਤਾ ਨੇ ਸਰਪੰਚ ਨੂੰ ਕਿਹਾ ਕਿ ਉਹ ਕੁਝ ਸਮਾਂ ਦੇਣ ਤਾਂ ਜੋ ਪੈਸਿਆਂ ਦਾ ਬੰਦੋਬਸਤ ਕੀਤਾ ਜਾ ਸਕੇ। ਸਾਰੇ ਹੀ ਪਿੰਡ ਵਿੱਚ ਸੁਖਦੇਵ ਦੇ ਇਸ ਕੰਮ ਨੇ ਚਾਚੇ ਛੇੜ ਦਿੱਤੇ ਸਨ। ਹੁਣ ਜ਼ਮੀਨ ਦੇ 3 ਕਿੱਲਿਆਂ ਵਿੱਚੋਂ 1 ਕਿੱਲੇ ਦੀ ਕੀਮਤ ਕੋਈ 5-6 ਲੱਖ ਤੋਂ ਵੱਧ ਭਰਨ ਲਈ ਤਿਆਰ ਨਹੀਂ ਸੀ, ਕਿਉਂਕਿ ਹਰ ਕੋਈ ਮਜਬੂਰੀ ਦਾ ਫਾਇਦਾ ਉਠਾ ਜ਼ਮੀਨ ਨੂੰ ਸਸਤੇ ਭਾਅ ਖਰੀਦਣਾ ਚਾਹੁੰਦੇ ਸਨ। 2-3 ਜ਼ਮੀਂਦਾਰਾਂ ਨੇ ਜ਼ਮੀਨ ਦਾ ਸੌਦਾ ਕਰਦਿਆਂ 2 ਕਿੱਲਿਆਂ ਦਾ 13,40,000 ਤੇ ਨਿਬੇੜ ਦਿੱਤਾ। ਸੌਦਾ ਹੋਣ ਤੋਂ ਬਾਅਦ ਸੁਖਦੇਵ ਦੇ ਪਿਤਾ ਜਦ ਨਿਸ਼ਾਨਦੇਹੀ ਕਰਵਾ ਉਸ ਜ਼ਮੀਨ 'ਚੋਂ ਬਾਹਰ ਆ ਰਿਹਾ ਸੀ ਤਾਂ ਅੰਦਰੋਂ ਅੰਦਰੀ ਦਰਦਾਂ ਦਾ ਸਮੁੰਦਰ ਦਫਨਾ ਘਰ ਵੱਲ ਨੂੰ ਤੁਰ ਪਿਆ ਸੀ। ਘਰ ਪਹੁੰਚਦਿਆਂ ਵੀ ਉਸ ਨੂੰ ਅੱਜ ਆਪਣੇ ਘਰ ਦੀ ਵਾਟ ਵੀ ਲਮੀਰੀ ਜਾਪਦੀ ਸੀ। ਘਰ ਦੇ ਦਰਵਾਜ਼ੇ ਅੰਦਰ ਵੜਿਆ ਹੀ ਸੀ ਕਿ ਦਿਲ 'ਚ ਦੱਬਿਆ ਹੰਝੂਆਂ ਦਾ ਹੜ੍ਹ ਅੱਖਾਂ ਰਾਹੀਂ ਵਹਿ ਤੁਰਿਆ ਤੇ ਉੱਚੀ ਉੱਚੀ ਰੋਣ ਲੱਗਾ। ਮਲਕੀਤ ਨਵਜੋਤ ਨੂੰ ਆਪਣੀ ਬੁੱਕਲ ਵਿੱਚ ਲੈ ਅੰਦਰ ਚਲੀ ਜਾਂਦੀ ਆ ਤੇ ਮਾਂ ਉਸ ਦੇ ਪਿਤਾ ਨੂੰ ਹੌਸਲਾ ਦੀ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਆ। ਸਾਰਾ ਪਰਿਵਾਰ ਅੱਜ ਬਿਨ ਕੁਝ ਖਾਧੇ ਪੀਤੇ ਹੀ ਸੋ ਗਿਆ ਸੀ। ਦੂਸਰੇ ਦਿਨ ਸਵੇਰ ਨੂੰ ਹੀ ਪੈਸਿਆਂ ਦਾ ਇਕਰਾਰਨਾਮਾ ਸੀ ਤਾਂ ਸਰਪੰਚ ਦੀ ਮੌਜੂਦਗੀ 'ਚ ਲਿਖ ਲਿਖਾ ਕਰਕੇ ਬਣਦੀ ਰਕਮ ਸੁਖਦੇਵ ਦੇ ਪਿਤਾ ਨੂੰ ਦਿੱਤੀ ਗਈ। ਹੁਣ ਬਾਕੀ ਦੇ ਪੈਸੇ ਪੂਰੇ ਕਰਨ ਲਈ ਸੁਖਦੇਵ ਦੀ ਮਾਂ ਨੇ ਆਪਣੇ ਗਹਿਣੇ ਤੇ ਮਲਕੀਤ ਦੇ ਦਾਜ ਲਈ ਬਣਾਏ ਗਹਿਣੇ ਸੁਨਿਆਰ ਨੂੰ ਦੇ ਕੇ 15 ਲੱਖ ਪੂਰਾ ਕਰਕੇ ਸੁਖਦੇਵ ਦੇ ਪਿਤਾ ਨੂੰ ਦੇ ਦਿੰਦੀ ਆ। ਅਗਲੇ ਦਿਨ ਸਰਪੰਚ ਨੂੰ ਨਾਲ ਲੈ ਕੇ ਸੁਖਦੇਵ ਦਾ ਪਿਤਾ ਥਾਣੇਦਾਰ ਦੇ ਘਰ ਚਲੇ ਜਾਂਦੇ ਹਨ। ਸਵੇਰੇ ਸਵੇਰੇ ਸਰਪੰਚ ਨੂੰ ਦੇਖ ਕੇ ਥਾਣੇਦਾਰ ਖੁਸ਼ ਹੋ ਜਾਂਦਾ ਹੈ ਤੇ ਸੁਖਦੇਵ ਦੇ ਪਿਤਾ ਦੇ ਹੱਥ ਵਿੱਚ ਪੈਸਿਆਂ ਵਾਲਾ ਥੈਲਾ ਦੇਖ ਮਨ 'ਚ ਸੋਚਦਾ ਹੈ ਕਿ ਅੱਜ ਤਾਂ ਦਿਨ ਭਾਗਾਂ ਵਾਲਾ ਚੜ੍ਹਿਆ ਹੈ। ਥਾਣੇਦਾਰ ਅੰਦਰ ਡਰਾਇੰਗ ਰੂਮ ਵਿੱਚ ਬੈਠਣ ਲਈ ਕਹਿੰਦਾ ਹੈ ਅਤੇ ਆਪਣੇ ਨੌਕਰ ਨੂੰ ਪਾਣੀ ਲਿਆਉਣ ਦੀ ਆਵਾਜ਼ ਦਿੰਦਾ ਹੈ। ਗੱਲਾਂ ਵਿੱਚ ਥਾਣੇਦਾਰ ਸੁਖਦੇਵ ਦੇ ਤਾਰ ਵੱਡੇ ਸਮਗਲਰ ਨਾਲ ਜੁੜੇ ਹੋਣ ਬਾਰੇ ਦੱਸਦਾ ਹੈ ਤਾਂ ਜੋ ਸੁਖਦੇਵ ਦਾ ਪਿਤਾ ਕਿਸੇ ਹੀਲੇ ਵਸ ਉਸ ਨੂੰ ਛੁਡਵਾਉਣ ਦੇ ਤਰਲੇ ਕਰੇ। ਇੰਨੇ ਨੂੰ ਪੈਸਿਆਂ ਵਾਲਾ ਥੈਲਾ ਮੇਜ਼ 'ਤੇ ਰੱਖ ਸੁਖਦੇਵ ਦਾ ਪਿਤਾ ਕਹਿੰਦਾ ਹੈ ਕਿ ਤੁਸੀਂ ਗਿਣ ਲਵੋ ਤੇ ਜਲਦੀ ਤੋਂ ਜਲਦੀ ਉਹਨਾਂ ਦੇ ਲੜਕੇ ਨੂੰ ਛੱਡ ਦੇਵੋ। ਤਾਂ ਥਾਣੇਦਾਰ ਕਹਿੰਦਾ ਕਿ ਤੁਸੀਂ ਚਿੰਤਾ ਨਾ ਕਰੋ, ਸਾਰੇ ਮਸਲਿਆਂ ਦਾ ਹੱਲ ਰੁਪਈਆ ਤੁਸੀਂ ਦੇ ਦਿੱਤਾ ਤੇ ਸਮਝੋ ਤੁਹਾਡਾ ਇਹ ਮਸਲਾ ਨਿਬੜ ਗਿਆ। ਪਾਣੀ ਪੀਣ ਤੋਂ ਬਾਅਦ ਚਾਹ ਲੈ ਕੇ ਆਂਦੀ ਗਈ, ਪਰ ਸੁਖਦੇਵ ਦੇ ਪਿਤਾ ਨੂੰ ਬਿਲਕੁਲ ਵੀ ਚਾਹ ਪੀਣ ਦਾ ਮਨ ਨਹੀਂ ਸੀ, ਬਲਕਿ ਉਸ ਨੂੰ ਉਹ ਚਾਹ ਦੇ ਕੱਪ ਵਿੱਚ ਖੂਨ ਨਜ਼ਰ ਆਉਂਦਾ ਸੀ, ਜੋ ਕਿ ਪਤਾ ਨਹੀਂ ਕਿੰਨੇ ਹੀ ਕਿਸਮਾਂ ਦੇ ਮਾਰਿਆਂ ਨੂੰ ਲੁੱਟ ਕੇ ਉਹਨਾਂ ਦਾ ਰੱਤ ਨਿਚੋੜ ਉਹਨਾਂ ਨੂੰ ਹੀ ਪੀਣ ਲਈ ਪੇਸ਼ ਕੀਤਾ ਜਾਂਦਾ। ਕੁਝ ਸਮਾਂ ਬੈਠ ਸਰਪੰਚ ਥਾਣੇਦਾਰ ਨੂੰ ਪੁੱਛਦਾ ਹੈ ਕਿ ਕਦੋਂ ਤੱਕ ਸੁਖਦੇਵ ਨੂੰ ਥਾਣੇ 'ਚੋਂ ਰਿਹਾ ਕਰ ਦੇਵੋਗੇ। ਤਾਂ ਕੁਝ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਉਹ ਸੁਖਦੇਵ ਨੂੰ ਛੱਡਣ ਲਈ ਕਹਿ ਦਿੰਦਾ ਹੈ। ਕੁਝ ਦਿਨਾਂ ਬਾਅਦ ਸੁਖਦੇਵ ਨੂੰ ਛੱਡਣ ਲਈ ਸਰਪੰਚ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਤੇ ਉਹ ਸੁਖਦੇਵ ਦੇ ਪਿਤਾ ਨੂੰ ਲੈ ਥਾਣੇ ਵਿੱਚ ਪਹੁੰਚ ਜਾਂਦਾ ਹੈ। ਥਾਣੇਦਾਰ ਸਿਪਾਹੀ ਨੂੰ ਸੁਖਦੇਵ ਨੂੰ ਲੈ ਕੇ ਆਉਣ ਲਈ ਕਹਿੰਦਾ ਹੈ। ਸਾਹਮਣੇ ਹਵਾਲਾਤ ਵਿੱਚੋਂ ਸੁਖਦੇਵ ਨੂੰ ਲੈ ਆਂਦਾ ਤੇ ਥਾਣੇਦਾਰ ਉਸ ਨੂੰ ਕਹਿੰਦਾ ਹੈ ਕਿ ਇਸ ਵਾਰ ਤੇਰੇ ਗਰੀਬ ਘਰ ਵੱਲ ਦੇਖ ਕੇ ਮੈਂ ਛੱਡਣ ਲੱਗਾ, ਅੱਗੇ ਤੋਂ ਕੋਈ ਗਲਤੀ ਕੀਤੀ ਤਾਂ ਸਾਰੀ ਉਮਰ ਜੇਲ੍ਹ 'ਚੋਂ ਬਰੀ ਨਹੀਂ ਹੋਣਾ। ਇੰਨਾ ਕਹਿ ਥਾਣੇਦਾਰ ਉਹਨਾਂ ਨੂੰ ਜਾਣ ਦੀ ਆਗਿਆ ਦੇ ਦਿੰਦਾ ਹੈ। ਘਰ ਪਹੁੰਚਣ 'ਤੇ ਸੁਖਦੇਵ ਦੀ ਮਾਂ ਤੇ ਦੋਨੋਂ ਭੈਣਾਂ ਦੇਖ ਖੁਸ਼ੀ 'ਚ ਰੋਣ ਲੱਗ ਜਾਂਦੀਆਂ ਨੇ, ਪਰ ਸੁਖਦੇਵ ਦਾ ਪਿਤਾ ਚੁੱਪ ਚਪੀਤੇ ਮੰਜੇ 'ਤੇ ਜਾ ਪੈਂਦਾ ਹੈ। ਦਿਨ ਲੰਘਦੇ ਗਏ। ਸੁਖਦੇਵ ਨੂੰ ਕਾਲਜੋਂ ਹਟਾ ਲਿਆ ਗਿਆ ਤੇ ਘਰ ਡੰਗਰਾਂ ਦੀ ਦੇਖਭਾਲ ਦਾ ਕੰਮ ਕਰਨ ਲਈ ਕਿਹਾ। ਕਿੰਨੇ ਸੁਪਨੇ ਸੀ ਉਸ ਦੇ ਪਿਤਾ ਦੀ ਅੱਖਾਂ ਵਿੱਚ। ਖੁਦ ਦਿਨ ਰਾਤ ਮਿਹਨਤ ਕਰਦਾ, ਪਰ ਸੁਖਦੇਵ ਨੂੰ ਬਹੁਤ ਘੱਟ ਖੇਤੀ ਕੰਮ ਕਰਨ ਲਈ ਕਹਿੰਦਾ ਸੀ ਅਤੇ ਆਪਣੀ ਪੜ੍ਹਾਈ ਨੂੰ ਪੂਰੀ ਲਗਨ ਨਾਲ ਕਰਨ ਲਈ ਕਹਿੰਦਾ ਰਹਿੰਦਾ ਸੀ।
ਪਰ ਜੋ ਕੁਝ ਸੋਚਿਆ ਸਭ ਇੱਕ ਪਲ ਵਿੱਚ ਤਬਾਹ ਕਰ ਦਿੱਤਾ ਸੀ। ਹੁਣ ਸੁਖਦੇਵ ਨਸ਼ੇ ਦਾ ਆਦੀ ਤਾਂ ਬਣ ਹੀ ਚੁੱਕਾ ਸੀ। ਉਸ ਨੂੰ ਦਿਨ ਰਾਤ ਨਸ਼ੇ ਦੀ ਤੋੜ ਲੱਗਦੀ, ਪਰ ਆਪਣੇ ਪਿਤਾ ਦੇ ਸੁਭਾਅ ਤੋਂ ਹੁਣ ਪੂਰੀ ਤਰ੍ਹਾਂ ਜਾਣੂ ਸੀ ਕਿ ਇਸ ਵਾਰ ਉਸ ਨੂੰ ਕਿਸੇ ਨੇ ਨਹੀਂ ਛਡਵਾਉਣਾ। ਆਪਣੇ ਬਿਮਾਰ ਹੋਣ ਦਾ ਕਹਿ ਸੁਖਦੇਵ ਸ਼ਹਿਰੋਂ ਦਵਾਈ ਲੈਣ ਲਈ ਆਪਣੀ ਮਾਂ ਨੂੰ ਕਹਿੰਦਾ ਹੈ, ਪਰ ਉਹ ਮਨਾ ਕਰ ਦਿੰਦੀ ਆ ਅਤੇ ਪਿੰਡ ਦੇ ਡਾਕਟਰ ਤੋਂ ਦਵਾਈ ਲੈਣ ਨੂੰ ਬੋਲਦੀ ਆ। ਪਿੰਡ ਦੇ ਡਾਕਟਰ ਨੂੰ ਸੁਖਦੇਵ ਦੱਸਦਾ ਹੈ ਕਿ ਉਹ ਨਸ਼ੇ ਬਿਨਾਂ ਨਹੀਂ ਰਹਿ ਸਕਦਾ, ਤਾਂ ਡਾਕਟਰ ਵੀ ਜਾਣਦਾ ਸੀ ਕਿ ਨਸ਼ੇ ਦੇ ਟੀਕੇ ਬਿਨਾਂ ਇਸ ਦਾ ਇਲਾਜ ਵੀ ਨਹੀਂ। ਇੱਕ ਟੀਕਾ ਨਸ਼ੇ ਦਾ ਘੱਟ ਡੋਜ਼ 'ਚ ਲਗਾ, ਡਾਕਟਰ ਪੈਸੇ ਲੈ ਕੇ ਚਲਾ ਜਾਂਦਾ ਹੈ। ਤਕਰੀਬਨ ਇੱਕ ਹਫ਼ਤੇ ਤੱਕ ਇੱਦਾਂ ਚੱਲਦਾ ਤਾਂ ਸੁਖਦੇਵ ਦੀ ਮਾਂ ਉਸਦੇ ਪਿਤਾ ਨੂੰ ਸ਼ਹਿਰ ਲੈ ਕੇ ਜਾਣ ਲਈ ਕਹਿੰਦੀ ਆ। ਜਦੋਂ ਸੁਖਦੇਵ ਡਾਕਟਰ ਨੂੰ ਵੀ ਨਸ਼ੇ ਦੀ ਆਦਤ ਬਾਰੇ ਦੱਸਦਾ ਹੈ ਤਾਂ ਉਹ ਉਸਦੇ ਪਿਤਾ ਨੂੰ ਨਸ਼ਾ ਛੁਡਾਊ ਕੇਂਦਰ ਵਾਚ ਭਰਤੀ ਕਰਾਉਣ ਬਾਰੇ ਕਹਿੰਦਾ ਹੈ। ਹੁਣ ਕਿਸਮਤ ਮਾੜੀ ਨੂੰ ਇਹ ਸਭ ਕਰਨਾ ਤਾਂ ਪੈਣਾ ਹੀ ਸੀ। ਸੁਖਦੇਵ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਾਇਆ ਗਿਆ। ਕੁਝ ਦਿਨ ਰੋਜ਼ ਸੁਖਦੇਵ ਦੀ ਮਾਂ ਉਸ ਨੂੰ ਮਿਲ ਕੇ ਆਉਂਦੀ ਅਤੇ ਆਉਣ ਲੱਗੀ ਦੇ ਅੱਖਾਂ ਵਿੱਚ ਪਾਣੀ ਹੁੰਦਾ ਸੀ। ਅਚਾਨਕ ਇੱਕ ਦਿਨ ਨਸ਼ਾ ਛੁਡਾਊ ਕੇਂਦਰ ਵਿੱਚੋਂ ਫੋਨ ਆਉਂਦਾ ਹੈ ਕਿ ਸੁਖਦੇਵ ਦੀ ਹਾਲਤ ਕਾਫੀ ਗੰਭੀਰ ਆ। ਇਹ ਸੁਣ ਸੁਖਦੇਵ ਦਾ ਪਿਤਾ ਜਦੋਂ ਪਹੁੰਚਦਾ ਹੈ ਤਾਂ ਹਾਲਤ ਬਹੁਤ ਨਾਜ਼ੁਕ ਹੁੰਦੀ ਆ। ਸੁਖਦੇਵ ਦਾ ਪਿਤਾ ਡਾਕਟਰਾਂ ਨੂੰ ਕਾਰਨ ਪੁੱਛਦਾ ਹੈ ਤਾਂ ਉਹਨਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਇਸ ਦੇ ਸਰੀਰ ਦਾ ਕੁਝ ਹਿੱਸਾ ਕੰਮ ਕਰਨੋਂ ਹਟ ਗਿਆ। ਕੁਝ ਦਿਨ ਹਸਪਤਾਲ ਦਾਖਲ ਹੋਣ 'ਤੇ ਉਸ ਦੀ ਸਿਹਤ ਵਿੱਚ ਬਹੁਤਾ ਸੁਧਾਰ ਨਹੀਂ ਸੀ। ਜਵਾਨ ਵੀ ਤੂਤਲੀ ਅਤੇ ਇੱਕ ਅੱਖ ਅਤੇ ਦੋਨੋਂ ਹੱਥ ਦੀ ਘੁੰਡ ਮੁੜ ਚੁੱਕੇ ਸਨ। ਡਾਕਟਰਾਂ ਨੇ ਸੁਖਦੇਵ ਦੇ ਪਿਤਾ ਨੂੰ ਕਿਹਾ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਚੁੱਕੇ ਹਾਂ, ਪਰ ਇਸ ਦੀ ਸਿਹਤ ਵਿੱਚ ਇਸ ਤੋਂ ਵੱਧ ਸੁਧਾਰ ਨਹੀਂ ਹੋ ਸਕਦਾ ਅਤੇ ਦਵਾਈ ਲਗਾਤਾਰ ਜਾਰੀ ਰੱਖਾਂਗੇ। ਹੌਲੀ ਹੌਲੀ ਪਰਮਾਤਮਾ ਠੀਕ ਕਰੇਗਾ। ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ। ਘਰ ਮੰਜੇ 'ਤੇ ਸਿਰਫ ਇੱਕ ਮੁਰਦਾਨੁਮਾ ਇਨਸਾਨ ਪਿਆ ਸੀ, ਜਿਸ ਨੂੰ ਦੇਖ ਕੇ ਸੁਖਦੇਵ ਦਾ ਪਿਤਾ ਰੋਜ਼ ਪਲ ਪਲ ਟੁੱਟਦਾ ਸੀ। ਉੱਪਰੋਂ ਦੋਵੇਂ ਧੀਆਂ ਦਾ ਰਿਸ਼ਤਾ ਬੋਝ ਸੀ। ਇਲਾਜ ਲਈ ਰਹਿੰਦੇ 1 ਕਿੱਲੇ ਦੀ ਰਜਿਸਟਰੀ ਗਹਿਰੇ ਰੱਖ ਪੈਸੇ ਲੈਣੇ ਪਏ। ਕਹਾਣੀ ਦੇ ਪਿਛਲੇ ਭਾਗ ਦੇ ਅੰਤ ਵਿੱਚ ਤੁਸੀਂ ਪੜ੍ਹਿਆ ਕਿ ਸੁਖਦੇਵ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਅਤੇ ਉਸ ਦਾ ਸਰੀਰ ਨਕਾਰਾ ਹੋ ਜਾਂਦਾ ਹੈ। ਬੋਲਣ 'ਤੇ ਇੱਕ ਅੱਖ ਦੀ ਰੌਸ਼ਨੀ ਚਲੀ ਜਾਂਦੀ ਆ ਅਤੇ ਦੋਵੇਂ ਹੱਥਾਂ ਦੀ ਤਾਕਤ ਖਤਮ ਹੋ ਜਾਂਦੀ ਆ। ਸੁਖਦੇਵ ਨੂੰ ਮੰਜੇ 'ਤੇ ਪਿਆ ਦੇਖ ਉਸ ਦਾ ਪਿਤਾ ਬਹੁਤ ਦੁਖੀ ਹੁੰਦਾ ਹੈ ਅਤੇ ਉਸ ਦੇ ਇਲਾਜ ਲਈ ਆਪਣੀ ਰਹਿੰਦੀ ਜ਼ਮੀਨ ਗਹਿਣੇ ਰੱਖ ਇਲਾਜ 'ਤੇ ਖਰਚ ਕਰ ਦਿੰਦਾ ਹੈ। ਸੁਖਦੇਵ ਦਾ ਪਿਤਾ ਹੁਣ ਬਿਲਕੁਲ ਹਾਰ ਚੁੱਕਿਆ ਸੀ ਅਤੇ ਕਦੇ-ਕਦੇ ਆਪਣੀ ਜੀਵਨ ਦੀ ਕਹਾਣੀ ਨੂੰ ਸਦਾ ਲਈ ਖਤਮ ਕਰ ਦੇਣੀ ਚਾਹੁੰਦਾ ਸੀ, ਪਰ ਇਹ ਨਿੱਕੀਆਂ ਨੰਨੀਆਂ ਜਾਨਾਂ ਦਾ ਖਿਆਲ ਉਸ ਨੂੰ ਇਹ ਸਭ ਕਰਨ ਤੋਂ ਰੋਕ ਦਿੰਦਾ। ਹੁਣ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਮਲਕੀਤ ਨੂੰ ਵੀ ਸਕੂਲੋਂ 12 ਕਰਨ ਤੋਂ ਬਾਅਦ ਹਟਾ ਲਿਆ ਗਿਆ ਸੀ, ਪਰ ਉਹਨੇ ਆਪਣੇ ਘਰ ਦੇ ਹਾਲਾਤਾਂ ਨੂੰ ਦੇਖ ਸਭ ਕੁਝ ਸਹਿਣ ਕਰਨਾ ਸਿੱਖ ਲਿਆ ਸੀ। ਘਰ ਵਿੱਚ ਹੀ ਉਸ ਨੂੰ ਆਪਣੇ ਪਿਤਾ ਨਾਲ ਕੰਮ ਕਰਨਾ ਅਤੇ ਡੰਗਰਾਂ ਦੀ ਸਾਂਭ ਸੰਭਾਲ ਕਰਨੀ। ਮਲਕੀਤ ਦਾ ਹੌਸਲਾ ਦੇਖ ਉਸ ਦੇ ਪਿਤਾ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਸੀ। ਮਲਕੀਤ ਆਪਣੇ ਹੌਸਲੇ ਅਤੇ ਜਜ਼ਬੇ ਨਾਲ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਜੋੜ ਖੜ ਗਈ ਸੀ। ਘਰ ਦਾ ਸਾਰਾ ਕੰਮ ਕਰਨਾ ਅਤੇ ਖੇਤੋਂ ਕੱਖ ਲੈ ਕੇ ਆਉਣੇ ਅਤੇ ਸੁਖਦੇਵ ਦੀ ਸਾਰੀ ਦੇਖਭਾਲ ਮਲਕੀਤ ਨੇ ਹੀ ਕਰਨੀ ਹੁੰਦੀ ਸੀ। ਨਵਜੋਤ ਨੂੰ ਪੜ੍ਹਾਉਣ ਦਾ ਸੁਪਨਾ ਅਤੇ ਉਸ ਨੂੰ ਵਧੀਆ ਨੌਕਰੀ 'ਤੇ ਲਗਵਾਉਣ ਦਾ ਉਸਦਾ ਆਖਰੀ ਸੁਪਨਾ ਸੀ। ਮਲਕੀਤ ਨੂੰ ਕਿੰਨਾ ਚਾਅ ਸੀ ਕਿ ਉਹ ਬਹੁਤ ਪੜ੍ਹੇਗੀ ਅਤੇ ਇੱਕ ਚੰਗੇ ਅਹੁਦੇ ਨੂੰ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗੀ, ਪਰ ਉਹ ਸਾਰੇ ਹੀ ਸੁਪਨੇ ਉਸਦੇ ਤਾਂ ਪੂਰੇ ਨਾ ਹੋ ਸਕੇ। ਪਰ ਆਪਣੀ ਛੋਟੀ ਭੈਣ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੀ ਆਪਣਾ ਸੁਪਨਾ ਬਣਾ ਲਿਆ। ਹੁਣ ਘਰ ਦਾ ਗੁਜ਼ਾਰਾ ਵਧੀਆ ਹੋਣ ਲੱਗ ਗਿਆ ਸੀ। ਮਲਕੀਤ ਨੇ ਡੰਗਰਾਂ ਦੇ ਕੰਮ ਤੋਂ ਡੈਰੀ ਦਾ ਫਾਰਮ ਬਣਾ ਲਿਆ ਸੀ, ਜਿਸ ਨਾਲ ਘਰ ਦਾ ਸੋਹਣਾ ਟਾਈਮ ਪਾਸ ਹੁੰਦਾ ਸੀ। ਇੱਕ ਦਿਨ ਮਲਕੀਤ ਨੇ ਸੋਚਿਆ ਕਿ ਉਹ ਆਪਣੀ ਪੜ੍ਹਾਈ ਨੂੰ ਫਿਰ ਤੋਂ ਸ਼ੁਰੂ ਕਰੇਗੀ, ਕਿਉਂਕਿ ਮਲਕੀਤ ਨੇ ਪੜ੍ਹਨਾ ਨਹੀਂ ਛੱਡਿਆ ਸੀ। ਉਹ ਅਕਸਰ ਹੀ ਕਿਤਾਬਾਂ ਪੜ੍ਹਨ ਦੀ ਰੁਚੀ ਰੱਖਦੀ ਸੀ ਅਤੇ ਨਵਜੋਤ ਤੋਂ ਕਿਤਾਬਾਂ ਮੰਗਵਾ ਲੈਂਦੀ ਸੀ। ਹੁਣ ਮਲਕੀਤ ਨੇ ਪ੍ਰਾਈਵੇਟ BA ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। ਦਿਨ ਭਰ ਦੇ ਕੰਮਾਂ ਵਿੱਚ ਰੁੱਝੀ ਰਹਿਣਾ ਅਤੇ ਦੇਰ ਰਾਤ ਤੱਕ ਪੜ੍ਹਾਈ ਕਰਦੇ ਰਹਿਣਾ ਉਸ ਦੀ ਜ਼ਿੰਦਗੀ ਦਾ ਪੱਕਾ ਸਮਾਂ ਸਾਰਣੀ ਬਣ ਗਿਆ ਸੀ।
ਇਧਰ ਨਵਜੋਤ ਆਪਣੀ B.Com ਪੂਰੀ ਕਰ ਚੁੱਕੀ ਸੀ। ਹੁਣ ਕਾਫੀ ਸਮੇਂ ਤੋਂ ਉਸਨੂੰ ਬੈਂਕ ਦੇ ਪੇਪਰਾਂ ਦੀ ਤਿਆਰੀ ਕਰਦਿਆਂ ਹੋ ਗਈ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਪੋਸਟਾਂ ਵੀ ਬਹੁਤ ਆਉਣ ਵਾਲੀਆਂ ਸਨ। ਮਲਕੀਤ ਉਸਨੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਲਈ ਕਹਿੰਦੀ। ਮਲਕੀਤ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਾਰਾ ਕੰਮ ਤੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੀ ਸੀ। ਹੁਣ ਦੂਸਰੇ ਸਾਲ ਦੇ ਪੇਪਰ ਸਿਰ ਉੱਤੇ ਸਨ। ਆਪਣੀ ਮਿਹਨਤ ਤੇ ਲਗਨ ਦੇ ਨਾਲ ਉਹ ਵਧੀਆ ਨੰਬਰਾਂ ਨਾਲ ਪੜ੍ਹਾਈ ਦਾ ਦੂਸਰਾ ਸਾਲ ਵੀ ਪੂਰਾ ਕਰ ਗਈ ਸੀ। ਹੁਣ ਮਲਕੀਤ ਦੀ ਉਮਰ ਵੀ 27 ਸਾਲ ਦੀ ਹੋ ਚੁੱਕੀ ਸੀ। ਜਦੋਂ ਵੀ ਮਲਕੀਤ ਦਾ ਪਿਤਾ ਬਾਹਰੋਂ ਆਉਂਦਾ ਤਾਂ ਲੋਕਾਂ ਦੀਆਂ ਗੱਲਾਂ ਨੂੰ ਅੰਦਰੋਂ ਅੰਦਰੀ ਸਹਿਣ ਕਰ ਜਾਂਦਾ। ਕੋਈ ਬੋਲਦਾ ਕਿ ਕੁੜੀ ਆਪਣੇ ਬੂਹੋਂ ਤੋਰਦਾ ਨਹੀਂ, ਇਸ ਨੂੰ ਕਮਾਈ ਕਰਕੇ ਦਿੰਦੀ ਆ ਤਾਂ ਰੱਖੀ ਬੈਠਾ ਹੈ ਘਰ। ਹੋਰ 2 ਸਾਲ ਲੰਘ ਜਾਣੇ, ਕਿਸੇ ਨੇ ਰਿਸ਼ਤਾ ਵੀ ਨਹੀਂ ਲੈਣਾ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਪਰ ਉਹ ਸਹਿਣ ਕਰ ਜਾਂਦਾ ਸੀ ਤੇ ਸੋਚਦਾ ਵੀ ਆਖਿਰ ਕਦੋਂ ਤੱਕ ਉਹ ਮਲਕੀਤ ਨੂੰ ਆਪਣੇ ਘਰ ਰੱਖੇਗਾ। ਇੱਕ ਨਾ ਇੱਕ ਦਿਨ ਇਹਨੂੰ ਆਪਣੇ ਘਰ ਜਾਣਾ ਹੀ ਪਏਗਾ। ਇੱਕ ਦਿਨ ਮਲਕੀਤ ਦਾ ਪਿਤਾ ਘਬਰਾਇਆ ਹੋਇਆ ਬਾਹਰੋਂ ਆਇਆ ਤੇ ਉੱਚੀ ਉੱਚੀ ਬੋਲਣ ਲੱਗਾ। ਮਲਕੀਤ ਦਾ ਪਿਤਾ ਨਵਜੋਤ ਬਾਰੇ ਪੁੱਛਦਾ ਹੈ ਕਿ ਉਹ ਕਿੱਥੇ ਆ, ਤਾਂ ਮਲਕੀਤ ਨੇ ਕਿਹਾ ਕਿ ਉਹ ਆਪਣੀ ਕਲਾਸ ਲਗਾਉਣ ਸ਼ਹਿਰ ਗਈ ਹੋਈ ਆ। ਦਰਅਸਲ ਮਲਕੀਤ ਦੇ ਪਿਤਾ ਨੇ ਕਿਸੇ ਨੇ ਦੱਸਿਆ ਕਿ ਨਵਜੋਤ ਕਿਸੇ ਮੁੰਡੇ ਨਾਲ ਸ਼ਹਿਰ ਵਿੱਚ ਜਾਂਦੀ ਸੀ, ਪਰ ਇਹ ਗੱਲ ਸੁਣ ਮਲਕੀਤ ਦੇ ਪਿਤਾ ਨੂੰ ਅੱਗ ਵਾਂਗ ਜਾਪੀ ਸੀ। ਮਲਕੀਤ ਨੂੰ ਇਹ ਸਭ ਦੱਸਣ ਦੇ ਕਿਹਾ ਕਿ ਤੇਰੇ ਤੋਂ ਪਹਿਲਾਂ ਉਸ ਦਾ ਹੀ ਫਾਹਾ ਵੱਢ ਦੇਣਾ। ਪਿਤਾ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮਲਕੀਤ ਦੇ ਮਨ ਨੂੰ ਬਹੁਤ ਠੇਸ ਪਹੁੰਚੀ, ਪਰ ਉਹ ਕਰ ਵੀ ਕੀ ਸਕਦੀ ਸੀ, ਕਿਉਂਕਿ ਸਾਰੀ ਜ਼ਿੰਦਗੀ ਵਿੱਚ ਇੱਕ ਤੋਂ ਵੱਧ ਇੱਕ ਦੁੱਖ ਨੇ ਉਹਨੂੰ ਤੋੜ ਦਿੱਤਾ ਸੀ ਤੇ ਸੁਖਦੇਵ ਨੇ ਘਰ ਦੀਆਂ ਕੰਧਾਂ ਦੀਆਂ ਇੱਟਾਂ ਵੀ ਕਰਜ਼ਾਈ ਕਰ ਦਿੱਤੀਆਂ ਸੀ। ਪਰ ਮਲਕੀਤ ਨੇ ਕਿਹਾ ਕਿ ਪਾਪਾ, ਹੋ ਸਕਦਾ ਗਲਤਫਹਿਮੀ ਹੋਵੇ, ਇਹ ਵੀ ਹੋ ਸਕਦਾ ਕਲਾਸ ਦਾ ਕੋਈ ਲੜਕਾ ਹੋਵੇਗਾ, ਤਾਂ ਕਿ ਜੇ ਕਿਸੇ ਮੁੰਡੇ ਨਾਲ ਸੀ ਤਾਂ ਇਸ ਦਾ ਮਤਲਬ ਇਹ ਤੇ ਨਹੀਂ ਕਿ ਉਹ ਗਲਤ ਹੋਵੇਗੀ। ਪਰ ਮਲਕੀਤ ਦਾ ਪਿਤਾ ਗੁੱਸੇ ਵਿੱਚ ਬੋਲਦਾ ਹੈ ਕਿ ਤੂੰ ਚੁੱਪ ਰਹਿ, ਆਪਣੀ ਕੀਤੀ ਕਰਾਈ ਸਭ ਖੂਹ ਵਿੱਚ ਨਾ ਪਵਾ ਲੈ। ਇੰਨੀ ਖੁੱਲ੍ਹ ਤੇ ਤੇਰੇ ਲਾੜ ਪਿਆਰ ਦਾ ਨਤੀਜਾ ਇਹ ਸਾਰਾ। ਮਾਂ ਦੇ ਸਮਝਾਉਣ 'ਤੇ ਵੀ ਉਸ ਦਾ ਪਿਤਾ ਸ਼ਾਂਤ ਨਹੀਂ ਹੁੰਦਾ। ਸ਼ਾਮ ਨੂੰ ਜਦੋਂ ਨਵਜੋਤ ਘਰ ਆਉਂਦੀ ਆ ਤਾਂ ਆਉਂਦਿਆਂ ਹੀ ਉਸ ਦਾ ਪਿਤਾ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਉਸ ਦੀਆਂ ਅੱਖਾਂ ਸਾਹਮਣੇ ਉਹੀ ਪੁਰਾਣੇ ਦਿਨ ਘੁੰਮਣ ਲੱਗਦੇ ਹਨ, ਜਦੋਂ ਸੁਖਦੇਵ ਨੇ ਉਹਨਾਂ ਦੀ ਇੱਜ਼ਤ ਤੇ ਪੂੰਜੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ। ਮਲਕੀਤ ਤੇ ਉਸ ਦੀ ਮਾਂ ਉਹਨੂੰ ਸ਼ਾਂਤ ਹੋ ਕੇ ਗੱਲ ਕਰਨ ਲਈ ਕਹਿੰਦੀਆਂ ਨੇ। ਆਖਿਰ ਨਵਜੋਤ ਨੂੰ ਵੀ ਤਾਂ ਆਪਣਾ ਪੱਖ ਰੱਖਣ ਦਾ ਹੱਕ ਸੀ। ਨਵਜੋਤ ਤੋਂ ਉਸ ਮੁੰਡੇ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਸ ਦੇ ਹੀ ਕਲਾਸ ਦਾ ਉਹ ਮੁੰਡਾ ਦੱਸਦੀਗਾ ਤੇ ਉਸ ਨੂੰ ਜਾਂਦਾ ਹੋਇਆ ਬੱਸ ਅੱਡੇ ਵਿੱਚ ਛੱਡ ਕੇ ਗਿਆ ਸੀ। ਪਰ ਕੁਝ ਵੀ ਗਲਤ ਨਹੀਂ ਸੀ, ਕਿਉਂਕਿ ਉਹ ਮੁੰਡੇ ਨੇ ਨਵਜੋਤ ਨੂੰ ਭੈਣ ਬਣਾਇਆ ਹੋਇਆ ਹੈ ਤੇ ਆਪਣੇ ਘਰ ਦਾ ਹਰ ਦੁੱਖ ਸੁੱਖ ਉਸ ਨਾਲ ਸਾਂਝਾ ਕਰ ਲੈਂਦੀ ਹੈ। ਇਹਨਾਂ ਕਹਿ ਕੇ ਨਵਜੋਤ ਰੋਂਦੀ ਹੋਈ ਅੰਦਰ ਚਲੀ ਜਾਂਦੀ ਆ ਤੇ ਆਪਣੇ ਕਹੇ 'ਤੇ ਮਲਕੀਤ ਦਾ ਪਿਤਾ ਸ਼ਰਮਿੰਦਾ ਹੁੰਦਾ ਹੈ। ਕੁਝ ਦਿਨਾਂ ਬਾਅਦ ਹੀ ਨਵਜੋਤ ਨੇ ਬੈਂਕ ਮੈਨੇਜਰ ਦਾ ਟੈਸਟ ਦਿੱਤਾ ਸੀ, ਜਿਸ ਵਿੱਚ ਉਹ ਪਾਸ ਹੋ ਗਈ ਤੇ ਸਾਰਾ ਪਰਿਵਾਰ ਬਹੁਤ ਖੁਸ਼ ਸੀ। ਮਲਕੀਤ ਨੂੰ ਬਹੁਤ ਖੁਸ਼ੀ ਸੀ ਕਿ ਉਸ ਦੀ ਮਿਹਨਤ ਨਾਲ ਨਵਜੋਤ ਦਾ ਸੁਪਨਾ ਪੂਰਾ ਹੋ ਗਿਆ ਸੀ। ਹੁਣ ਨਵਜੋਤ ਤੋਂ ਬਹੁਤ ਆਸਾਂ ਸਨ, ਕਿਉਂਕਿ ਘਰ ਦੀ ਹਾਲਤ ਨੂੰ ਸੁਧਾਰਨ ਵਿੱਚ ਉਸ ਦਾ ਬਹੁਤ ਸਾਥ ਹੋਵੇਗਾ। ਪਰ ਕੁਝ ਮਹੀਨਿਆਂ ਵਿੱਚ ਹੀ ਉਸ ਦੀ ਬਦਲੀ ਉਸ ਦੇ ਸ਼ਹਿਰ ਪਟਿਆਲੇ ਤੋਂ ਦੂਰ ਪਠਾਨਕੋਟ ਹੋ ਜਾਂਦੀ ਆ। ਹੁਣ ਘਰ ਵਿੱਚ ਇੱਕ ਦੇ ਦੂਰ ਜਾਣ ਨਾਲ ਹੀ ਘਰ ਸੁੰਨਾ ਸੁੰਨਾ ਜਾਪਦਾ ਸੀ। ਕੁਝ ਮਹੀਨੇ ਲੰਘੇ ਤਾਂ ਸੁਖਦੇਵ ਦੀ ਹਾਲਤ ਕਾਫੀ ਖਰਾਬ ਹੋਣ ਲੱਗ ਗਈ ਸੀ। ਹੁਣ ਰੋਟੀ ਵੀ ਖਾ ਨਹੀਂ ਹੁੰਦੀ ਸੀ। ਦੂਸਰੇ ਦਿਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਜਿੱਥੇ ਕੁਝ ਦਿਨਾਂ ਬਾਅਦ ਉਸ ਦੀ ਮੌਤ ਹੋ ਜਾਂਦੀ ਆ। ਘਰ ਵਿੱਚ ਰੋਣ ਕਰਲਾਉਣ ਨਾਲ ਸਾਰਾ ਮਾਹੌਲ ਆ ਜਾਂਦਾ ਹੈ। ਮਲਕੀਤ ਦਾ ਪਿਤਾ ਸ਼ਾਂਤ ਇੱਕ ਨੁੱਕਰ ਨਾਲ ਬੈਠਾ ਸੀ। ਸਾਰੇ ਘਰ ਦੇ ਜੀ ਬਿਰਲਾਪ ਕਰਦੇ ਵਿਹੜੇ 'ਚ ਪਈ ਸੁਖਦੇਵ ਦੀ ਲਾਸ਼ ਨੂੰ ਦੇਖ ਕੇ। ਮਲਕੀਤ ਦੇ ਪਿਤਾ ਨੂੰ ਆਂਢ ਗੁਆਂਢ ਸਭ ਹੌਸਲਾ ਦਿੰਦੇ ਤੇ ਕਹਿੰਦੇ ਕਿ ਸੁਖਦੇਵ ਦੀ ਇੰਨੀ ਹੀ ਸਵਾਸ ਲਿਖੀ ਸੀ, ਤੇ ਕੋਈ ਬੋਲਦਾ ਕਿ ਚਲੋ ਜਾਣਾ ਤਾਂ ਸਭ ਨੇ ਆ, ਪਰ ਮੰਜੇ 'ਤੇ ਪਿਆ ਸੀ, ਲੰਮੇ ਚਿਰ ਦਾ ਦੁੱਖ ਭੋਗਦਾ ਦਰਦਾਂ ਤੋਂ ਛੁੱਟ ਗਿਆ। ਪਰ ਮਲਕੀਤ ਦਾ ਪਿਤਾ ਗਹਿਰੀ ਚੁੱਪ ਧਾਰਨ ਕਰੀ ਬੈਠਾ ਸੀ, ਕਿਉਂਕਿ ਉਸਨੇ ਦੇਖੀ ਚਾਹ ਸਭ ਮਿੱਟੀ ਵਿੱਚ ਦਫਨ ਹੋ ਕੇ ਰਹਿ ਗਏ ਸਨ।
ਅੰਤਿਮ ਸੰਸਕਾਰ ਤੋਂ ਬਾਅਦ ਕੁਝ ਰਿਸ਼ਤੇਦਾਰਾਂ ਵਿੱਚੋਂ ਮਲਕੀਤ ਦੀ ਭੂਆ ਤੇ ਫੁੱਫੜ ਭੋਗ ਤੱਕ ਠਹਿਰ ਗਏ ਸਨ। ਜਿਉਂਦੇ ਜੀ ਅੱਜ ਤੱਕ ਕਦੇ ਖਬਰਸਾਰ ਨਹੀਂ ਲੈਣ ਆਏ ਸਨ, ਕਿਉਂਕਿ ਪਹਿਲਾਂ ਤੋਂ ਹੀ ਕਰੀਆਂ ਬੇਈਮਾਨੀਆਂ ਨੇ ਦੂਸਰੇ ਭਰਾਵਾਂ ਨੂੰ ਵੀ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਸੀ। ਕੁਝ ਦਿਨਾਂ ਬਾਅਦ ਭੂਆ ਨੇ ਕਿਹਾ ਕਿ ਮਲਕੀਤ ਦੀ ਉਮਰ ਬਹੁਤ ਹੋ ਗਈ, ਹੁਣ ਇਸ ਦੇ ਹੱਥ ਪੀਲੇ ਕਰ ਦੇ, ਇਹਦੇ ਘਰ ਤੋਰ ਦੇਵੋ, ਉੱਪਰੋਂ ਜ਼ਮਾਨਾ ਮਾੜਾ ਏ। ਮਲਕੀਤ ਨੇ ਭੂਆ ਨੂੰ ਕਿਹਾ ਕਿ ਜ਼ਮਾਨਾ ਤਾਂ ਬਹੁਤ ਸਮੇਂ ਦਾ ਹੀ ਮਾੜਾ, ਖੁਦ ਚੰਗੇ ਬਣੇ ਰਹੋ, ਜ਼ਮਾਨਾ ਵੀ ਚੰਗਾ ਹੀ ਲੱਗੇਗਾ। ਇਹ ਗੱਲ ਸੁਣ ਕੇ ਭੂਆ ਚੁੱਪ ਹੋ ਗਈ। ਭੋਗ ਤੋਂ ਬਾਅਦ ਸਾਰੀ ਰਸਮ ਕਿਰਿਆ ਹੋਣ ਤੋਂ ਬਾਅਦ ਸਾਰੇ ਆਪੋ ਆਪਣੇ ਘਰ ਚਲੇ ਗਏ। ਮਲਕੀਤ ਦਾ ਪਿਤਾ ਹੁਣ ਚੁੱਪ ਰਹਿੰਦਾ ਸੀ, ਕਿਉਂਕਿ ਲੋਕਾਂ ਦੀਆਂ ਗੱਲਾਂ ਵੀ ਸਹੀ ਲੱਗਦੀਆਂ ਕਿ ਮਲਕੀਤ ਦਾ ਵਿਆਹ ਕਰਕੇ ਉਸ ਨੂੰ ਵਿਦਾ ਕੀਤਾ ਜਾਵੇ। ਇੱਥੇ ਲੋਕਾਂ ਦੀਆਂ ਜ਼ੁਬਾਨਾਂ ਫੜਨਾ ਹੀ ਹੋਣੀਆਂ। ਮਲਕੀਤ ਤੋਂ ਬਿਨਾਂ ਪੁੱਛੇ ਹੀ ਉਹ ਪਿੰਡ ਵਿੱਚ ਇੱਕ ਰਿਸ਼ਤੇ ਕਰਵਾਉਣ ਵਾਲੇ ਬੰਦੇ ਨੂੰ ਕਹਿੰਦਾ ਹੈ ਕਿ ਮਲਕੀਤ ਲਈ ਕੋਈ ਸਾਦੇ ਪਰਿਵਾਰ ਵਾਲਾ ਵਧੀਆ ਮੁੰਡਾ ਲੱਭੋ। ਥੋੜ੍ਹੇ ਦਿਨਾਂ ਬਾਅਦ ਹੀ ਉਹ ਬੰਦਾ ਰਿਸ਼ਤੇ ਦੀ ਦੱਸ ਪਾਉਣ ਆ ਜਾਂਦਾ ਹੈ। ਜਾਂ ਤਾਂ ਕੋਈ ਤਲਾਕਸ਼ੁਦਾ, ਜਾਂ ਕੋਈ 12-13 ਸਾਲ ਵੱਡਾ ਹੁੰਦਾ, ਜਾਂ ਕੋਈ ਦਾਜ ਵਿੱਚ ਕਾਰ ਦੀ ਮੰਗ ਕਰਦੇ ਅਜਿਹੇ ਰਿਸ਼ਤੇ ਲੈ ਕੇ ਆਉਂਦਾ। ਪਰ ਮਲਕੀਤ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਆਪਣੀ ਪੜ੍ਹਾਈ ਪੂਰੀ ਕਰੇਗੀ ਅਤੇ ਬਾਅਦ ਵਿੱਚ ਵਿਆਹ ਦਾ ਸੋਚੇਗੀ। ਇੱਕ ਦਿਨ ਨਵਜੋਤ ਦਾ ਫੋਨ ਆਇਆ ਕਿ ਕੱਲ੍ਹ ਨੂੰ ਉਹ ਆਪਣੇ ਨਾਲ ਘਰ ਕਿਸੇ ਨੂੰ ਲੈ ਕੇ ਆਵੇਗੀ ਅਤੇ ਘਰ ਦੀ ਸਾਫ਼ ਸਫਾਈ ਧਿਆਨ ਨਾਲ ਕਰ ਲੈਣ। ਦੂਸਰੇ ਦਿਨ ਐਤਵਾਰ ਸੀ ਅਤੇ ਨਵਜੋਤ ਆਪਣੇ ਨਾਲ ਇੱਕ ਮੁੰਡੇ ਨੂੰ ਲੈ ਕੇ ਘਰ ਆ ਜਾਂਦੀ ਆ। ਸਾਰੇ ਇਹੀ ਸੋਚਦੇ ਕਿ ਨਾਲ ਡਿਊਟੀ ਕਰਦਾ ਹੋਵੇਗਾ। ਘਰ ਆ ਕੇ ਚਾਹ ਪਾਣੀ ਪੀਣ ਤੋਂ ਬਾਅਦ ਨਵਜੋਤ ਨੇ ਕਿਹਾ ਕਿ ਉਹ ਨਤੀਸ਼ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਅਤੇ ਉਸਦੀ ਹੀ ਬੈਂਕ ਵਿੱਚ ਕੈਸ਼ੀਅਰ ਦੀ ਨੌਕਰੀ ਕਰਦਾ ਹੈ। ਪਹਿਲਾਂ ਤਾਂ ਸਾਰੇ ਇੱਕ ਵਾਰ ਹੈਰਾਨ ਸਨ, ਪਰ ਮਲਕੀਤ ਅਤੇ ਉਸਦੇ ਪਿਤਾ ਨੇ ਕਿਹਾ ਕਿ ਇਹ ਗੱਲਾਂ 'ਤੇ ਵਿਚਾਰ ਕਰਾਂਗੇ। ਭਾਵੇਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ, ਪਰ ਕੀ ਇਸ ਮੁੰਡੇ ਦੇ ਘਰ ਵਾਲੇ ਰਾਜ਼ੀ ਹੋਣਗੇ ਇਸ ਰਿਸ਼ਤੇ ਲਈ? ਤਾਂ ਨਵਜੋਤ ਨੇ ਕਿਹਾ ਕਿ ਇਹ ਆਪਣੇ ਘਰ ਗੱਲ ਕਰ ਲੈਣਗੇ। ਮਲਕੀਤ ਦੇ ਸਾਰੇ ਪਰਿਵਾਰ ਨੇ ਕਿਹਾ ਕਿ ਇਹ ਫੈਸਲੇ ਸੋਚ ਸਮਝ ਕੇ ਕਰਨੇ ਪੈਂਦੇ ਨੇ, ਇੱਕ ਵਾਰ ਹੋਰ ਕੁਝ ਸਮਾਂ ਪਾ ਲਵੋ। ਪਰ ਨਵਜੋਤ ਨੇ ਕਿਹਾ ਕਿ ਉਹ ਨਤੀਸ਼ ਨਾਲ ਹੀ ਵਿਆਹ ਕਰਵਾਵੇਗੀ। ਮਲਕੀਤ ਦਾ ਪਿਤਾ ਬੇਵੱਸ ਸੀ, ਕਿਉਂਕਿ ਉਹ ਜਾਣਦਾ ਸੀ ਕਿ ਨਵਜੋਤ ਨੂੰ ਜੇ ਕੋਈ ਰਿਸ਼ਤੇ ਲਈ ਮਨਾ ਕੀਤਾ ਤਾਂ ਉਹ ਜ਼ਬਰਦਸਤੀ ਇਸ ਮੁੰਡੇ ਨਾਲ ਵਿਆਹ ਕਰਵਾ ਲਵੇਗੀ। ਮਲਕੀਤ ਨੇ ਆਪਣੇ ਮਾਤਾ ਪਿਤਾ ਨਾਲ ਸਲਾਹ ਕਰਕੇ ਮੁੰਡੇ ਵਾਲਿਆਂ ਦੇ ਘਰ ਜਾਣ ਦਾ ਫੈਸਲਾ ਕੀਤਾ। ਮਲਕੀਤ ਨੇ ਨਵਜੋਤ ਨੂੰ ਕਿਹਾ ਕਿ ਆਪਾਂ ਵੀ ਇੱਕ ਵਾਰ ਨਤੀਸ਼ ਦੇ ਘਰ ਵਾਲਿਆਂ ਨਾਲ ਗੱਲ ਕਰਨੀ ਚਾਹੀਦੀ ਆ। ਤਾਂ ਨਵਜੋਤ ਨੇ ਆਉਂਦੇ ਐਤਵਾਰ ਨੂੰ ਉਹਨਾਂ ਦੇ ਘਰ ਜਾਣ ਦਾ ਫੈਸਲਾ ਕੀਤਾ। ਸਾਰਾ ਪਰਿਵਾਰ ਨਤੀਸ਼ ਦੇ ਘਰ ਪਹੁੰਚ ਜਾਂਦਾ ਹੈ ਅਤੇ ਉਹਨਾਂ ਦਾ ਘਰ ਬਹੁਤ ਵੱਡਾ ਹੋਣ ਕਰਕੇ ਮਲਕੀਤ ਦੇ ਪਿਤਾ ਨੇ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੱਤਾ। ਘਰ ਨਤੀਸ਼ ਸਨ। ਸਾਰੇ ਜਣੇ ਬੈਠੇ ਗੱਲਾਂ ਕਰਦੇ ਕਿ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ, ਤਾਂ ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਸ ਰਿਸ਼ਤੇ ਲਈ। ਇਸ ਲਈ ਬਸ ਵਿਆਹ ਅਸੀਂ ਧੂਮ-ਧਾਮ ਨਾਲ ਕਰਨਾ ਹੈ, ਕਿਉਂਕਿ ਇਕੱਲਾ ਮੁੰਡਾ ਸਾਡਾ। ਨਵਜੋਤ ਦੇ ਮਾਤਾ ਪਿਤਾ ਨੇ ਕਿਹਾ ਕਿ ਵਿਆਹ ਤਾਂ ਅਸੀਂ ਕਰ ਦਿਆਂਗੇ, ਕੋਈ ਹੋਰ ਮੰਗ ਤਾਂ ਹੁਣ ਦੱਸ ਸਕਦੇ ਹੋ। ਪਰ ਉਹਨਾਂ ਨੇ ਕਿਹਾ ਕਿ ਹੋਰ ਕੋਈ ਮੰਗ ਨਹੀਂ, ਬਾਕੀ ਤੁਹਾਨੂੰ ਪਤਾ ਹੀ ਆ। ਘਰ ਆ ਕੇ ਸਾਰੇ ਪਰਿਵਾਰ ਨੇ ਸਲਾਹ ਕਰਕੇ ਨਵਜੋਤ ਨੂੰ ਇੱਕ ਵਾਰ ਫਿਰ ਫੈਸਲੇ 'ਤੇ ਵਿਚਾਰ ਕਰਨ ਲਈ ਕਿਹਾ, ਪਰ ਨਵਜੋਤ ਨੇ ਕਿਹਾ ਕਿ ਉਸ ਨੂੰ ਮਨਜ਼ੂਰ ਆ ਸਭ। ਪਰ ਪਿਤਾ ਨੇ ਕਿਹਾ ਕਿ ਪਰਿਵਾਰ ਸਹੀ ਨਹੀਂ ਲੱਗਦਾ, ਲਾਲਚੀ ਸੁਭਾਅ ਲੱਗਦਾ ਹੈ। ਪਰ ਮਨਜੋਤ ਕਿੱਥੇ ਮੰਨਣ ਵਾਲੀ ਸੀ। ਵਿਆਹ ਦਾ ਦਿਨ ਤੈਅ ਕਰ ਲਿਆ ਜਾਂਦਾ ਹੈ ਅਤੇ ਵਿਆਹ ਲਈ ਨਵਜੋਤ ਨੂੰ ਆਪਣੀ ਬੈਂਕ ਤੋਂ ਕਰਜ਼ਾ ਲੈਣਾ ਪੈਂਦਾ ਹੈ, ਕਿਉਂਕਿ ਅਜੇ ਨੌਕਰੀ ਲੱਗਿਆ ਸਾਲ ਵੀ ਤਾਂ ਹੋਇਆ ਨਹੀਂ ਸੀ। ਵਿਆਹ 'ਤੇ ਖਰਚ ਵੀ 8 ਤੋਂ 10 ਲੱਖ ਰੁਪਏ ਹੋ ਜਾਣਾ ਸੀ। ਕਿਸਮਤ ਮਾਰਿਆ ਬਾਪ ਫਿਰ ਆਪਣੀ ਔਲਾਦ ਦੀ ਖਾਤਰ ਜ਼ਮੀਨ ਗਹਿਣੇ ਰੱਖ ਹੋਰ ਕਰਜ਼ਾ ਲੈਂਦਾ ਹੈ ਅਤੇ ਧੂਮ-ਧਾਮ ਨਾਲ ਵਿਆਹ ਕਰ ਦਿੰਦਾ ਹੈ। ਵਿਆਹ ਤੋਂ ਪਹਿਲਾਂ ਨਤੀਸ਼ ਨੇ ਨਵਜੋਤ ਨੂੰ ਆਪਣੀ ਤਨਖਾਹ ਪਹਿਲਾਂ ਵਾਂਗ ਆਪਣੇ ਪੇਕੇ ਘਰ ਦੇਣ ਦਾ ਹੀ ਕਿਹਾ ਸੀ। ਪਰ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਨਵਜੋਤ ਦਾ ਸਹੁਰਾ ਪਰਿਵਾਰ ਉਸ ਨੂੰ ਉਸਦੇ ਘਰ ਦੇ ਤਾਨੇ ਮਾਰਨ ਲੱਗ ਗਿਆ। ਵਿਆਹ 'ਤੇ ਨਾ ਕਿਸੇ ਨੂੰ ਗਹਿਣੇ ਪਾਏ ਅਤੇ ਨਾ ਹੀ ਕੋਈ ਗੱਡੀ ਦਿੱਤੀ। ਪਰ ਇਹ ਸਭ ਕੁਝ ਸੁਣ ਨਵਜੋਤ ਵੀ ਸ਼ਰਮਿੰਦਾ ਸੀ, ਕਿਉਂਕਿ ਉਸਨੇ ਆਪਣੇ ਤੋਂ ਜ਼ਿਆਦਾ ਅਮੀਰ ਨਾਲ ਵਿਆਹ ਕਰਵਾ ਲਿਆ ਸੀ। ਪਰ ਉਸਨੂੰ ਇਹ ਨਹੀਂ ਸੀ ਪਤਾ
ਕਿ ਨਤੀਸ਼ ਨੇ ਸਿਰਫ ਉਸਦਾ ਮੈਨੇਜਰ ਲੱਗੀ ਹੋਣ ਦਾ ਫਾਇਦਾ ਚੁੱਕਿਆ। ਸਾਰੇ ਕੀਤੇ ਹੋਏ ਵਾਅਦੇ ਮੁੱਕਰ ਗਿਆ ਅਤੇ ਆਪਣੇ ਪੇਕੇ ਪਰਿਵਾਰ ਨੂੰ ਕੋਈ ਵੀ ਤਨਖਾਹ ਨਾ ਦੇਣ ਦਿੰਦਾ। ਜਦੋਂ ਨਵਜੋਤ ਨੇ ਕਹਿਣਾ ਕਿ ਉਸਨੂੰ ਕਿੰਨੇ ਲਾਡਾਂ ਨਾਲ ਪਾਲਿਆ ਸੀ ਅਤੇ ਭੈਣ ਅਤੇ ਪਾਪਾ ਨੇ ਮੇਰੀ ਖੁਸ਼ੀ ਲਈ ਦਿਨ ਰਾਤ ਇੱਕ ਕਰ ਦਿੱਤੇ ਸਨ, ਪਰ ਜਦੋਂ ਮੈਂ ਉਹਨਾਂ ਨੂੰ ਸੁੱਖ ਦੇਣਾ ਸੀ ਤਾਂ ਮੈਂ ਤੁਹਾਡੀਆਂ ਗੱਲਾਂ 'ਚ ਆ ਕੇ ਤੁਹਾਡੇ ਨਾਲ ਵਿਆਹ ਕਰਵਾਉਣ ਦੀ ਜਲਦੀ ਕੀਤੀ। ਮੈਂ ਇੱਕ ਵਾਰ ਵੀ ਨਾ ਸੋਚਿਆ। ਮੇਰੀ ਵੱਡੀ ਭੈਣ ਜਿਸ ਨੇ ਮੇਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਸੁਪਨਿਆਂ ਨੂੰ ਕੁਰਬਾਨ ਕਰ ਦਿੱਤਾ ਸੀ। ਇੰਨਾ ਸੁਣ ਨਤੀਸ਼ ਨੇ ਕਿਹਾ ਕਿ ਜੇਕਰ ਰਹਿਣਾ ਹੈ ਤਾਂ ਠੀਕ, ਨਹੀਂ ਤਲਾਕ ਦੇ ਦੇ, ਸਦਾ ਲਈ ਇੱਥੋਂ ਚਲੀ ਜਾ। ਇੰਨਾ ਸੁਣ ਨਵਜੋਤ ਉੱਚੀ ਉੱਚੀ ਰੋਂਦੀ ਆ ਅਤੇ ਆਪਣੀ ਕਿਸਮਤ ਨੂੰ ਕੋਸਦੀ ਆ ਕਿ ਸਿਰਫ ਪੈਸੇ ਨੂੰ ਪਿਆਰ ਕਰਦੇ ਨੇ, ਪਰ ਹੁਣ ਪਿੱਛੇ ਵੀ ਆਪਣੇ ਪਰਿਵਾਰ 'ਚ ਨਹੀਂ ਜਾ ਸਕਦੀ ਸੀ। ਹੁਣ ਤਾਂ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਸੀ ਅਤੇ ਹੌਲੀ ਹੌਲੀ ਨਵਜੋਤ ਦਾ ਆਪਣੇ ਪੇਕੇ ਪਰਿਵਾਰ ਨਾਲ ਰਾਸਤਾ ਸਿਰਫ ਦਿਖਾਵਾ ਬਣ ਕੇ ਰਹਿ ਗਿਆ ਸੀ। ਮਲਕੀਤ ਦਾ ਪਿਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਮੋੜ 'ਤੇ ਸੀ। ਹੁਣ ਹੋਰ ਕੋਈ ਦੁੱਖ ਸਹਿਣ ਦੀ ਹਿੰਮਤ ਬਾਕੀ ਨਹੀਂ ਸੀ ਅਤੇ ਉਹ ਮਲਕੀਤ ਨੂੰ ਕਹਿੰਦਾ ਕਿ ਪੁੱਤ, ਤੂੰ ਮੇਰਾ ਬਹੁਤ ਸਾਥ ਦਿੱਤਾ ਅਤੇ ਕਦੇ ਜ਼ਿੰਦਗੀ 'ਚ ਮੇਰਾ ਸਿਰ ਨੀਵਾਂ ਨਹੀਂ ਹੋਣ ਦਿੱਤਾ, ਪਰ ਹੁਣ ਮੇਰੀ ਉਮਰ ਹੋਰ ਨਹੀਂ ਬਚੀ ਜੋ ਦੁੱਖ ਸਹਿ ਸਕਾਂ। ਤੂੰ ਵੀ ਆਪਦੇ ਘਰ ਜਾ। ਮੈਨੂੰ ਜਿੱਥੇ ਤੇਰੇ 'ਤੇ ਅੱਜ ਤੱਕ ਮਾਣ ਸੀ ਉੱਥੇ ਹੀ ਅੱਜ ਬੋਝ ਲੱਗਦਾ। ਇੱਕ ਪਿਤਾ ਹੋਣ ਦਾ ਫਰਜ਼ ਪੂਰਾ ਕਰ ਲੈਣ ਦੇ। ਇਹਨਾਂ ਕਹਿ ਦੋਵਾਂ ਦੇ ਅੱਖਾਂ ਵਿੱਚੋਂ ਹੰਝੂਆਂ ਦਾ ਹੜ੍ਹ ਵਹਿ ਤੁਰਦਾ। ਕੁਝ ਦਿਨਾਂ ਬਾਅਦ ਪਿੰਡ 'ਤੇ ਹੀ ਉਸ ਬੰਦੇ ਦੇ 10 ਭਾਈ ਰਿਸ਼ਤਾ ਇੱਕ ਤਲਾਕਸ਼ੁਦਾ 40 ਸਾਲ ਤੋਂ ਜ਼ਿਆਦਾ ਅਤੇ 2 ਬੱਚਿਆਂ ਦੇ ਪਿਤਾ ਨਾਲ ਮਲਕੀਤ ਦਾ ਰਿਸ਼ਤਾ ਤੈਅ ਕਰ ਦਿੱਤਾ ਜਾਂਦਾ ਹੈ। ਮਲਕੀਤ ਦਾ ਪਿਤਾ ਉਸ ਤੋਂ ਮਾफ़ੀ ਮੰਗਦਾ ਹੈ ਕਿ ਉਹ ਆਪਣਾ ਪਿਤਾ ਹੋਣ ਦਾ ਅਸਲ ਫਰਜ਼ ਨਹੀਂ ਨਿਭਾ ਸਕਿਆ ਅਤੇ ਤੇਰੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮੈਂ ਹਾਰ ਗਿਆ, ਪਰ ਤੂੰ ਮੇਰੀ ਧੀ ਹੋ ਕੇ ਪੁੱਤ ਦਾ ਫਰਜ਼ ਨਿਭਾਇਆ ਅਤੇ ਮੇਰੇ ਫੈਸਲੇ ਨੂੰ ਮਨਜ਼ੂਰ ਕਰਾਇਆ। ਮਲਕੀਤ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਪਾਪਾ, ਮੈਂ ਹਮੇਸ਼ਾ ਤੇਰਾ ਮਾਣ ਰਹੀ ਹਾਂ। ਘਰ ਦੇ ਹਾਲਾਤਾਂ ਨੇ ਬੇਵੱਸ ਤੇ ਮਜਬੂਰ ਕਰ ਦਿੱਤਾ, ਪਰ ਹੁਣ ਬਿਲਕੁਲ ਨਹੀਂ ਕੁਝ ਸੋਚਣਾ। ਮੈਨੂੰ ਤੇਰਾ ਫੈਸਲਾ ਉਸ ਵਾਹਿਗੁਰੂ ਦੇ ਕੀਤੇ ਫੈਸਲੇ ਦੇ ਬਰਾਬਰ ਆ। ਹਜ਼ਾਰਾਂ ਸੁਪਨਿਆਂ ਤੇ ਚਾਵਾਂ ਨੂੰ ਆਪਣੇ ਅੰਦਰ ਪੁੱਟੀ ਕਬਰ 'ਚ ਦਫਨਾ, ਇੱਕ ਦਿਨ ਇਹ ਨਾ ਚਾਹੁੰਦਿਆਂ ਵੀ ਵਿਆਹ ਕਰਵਾ ਕੇ ਲਈ ਇਸ ਘਰ ਤੋਂ ਵਿਦਾ ਹੋ ਜਾਂਦੀ ਆ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਇਹੋ ਜਿਹੀਆਂ ਹੋਰ ਕਹਾਣੀਆਂ ਅਤੇ ਨਾਵਲ ਸੁਣਨ ਲਈ ਬਣੇ ਰਹੋ ਚੈਨਲ ਦੇ ਨਾਲ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ।